ਬੇਸਿਕਲੀ ਬੱਚਿਆਂ ਨੂੰ ਮੈਥ ਸਿਖਾਤਾ ਵਿਜ਼ੂਅਲਾਈਜ਼ ਕਰਵਾ ਕੇ, ਹੈ ਨਾ। ਜੇ ਬੱਚੇ ਇੱਕ ਕਨਸੈਪਟ ਨੂੰ ਦੇਖ ਲੈਣਗੇ ਆਪਣੀ ਅੱਖਾਂ ਦੇ ਨਾਲ ਤੇ ਉਹ ਕਨਸੈਪਟ ਉਹਨਾਂ ਦੇ ਦਿਮਾਗ 'ਚ ਪੱਕਾ ਹੋ ਜਾਂਦਾ ਹੈ। ਫ੍ਰੈਕਸ਼ਨਸ ਨੂੰ ਪਲੱਸ ਕਰਨਾ ਹੈ। ਨੋਰਮਲੀ ਬੱਚਿਆਂ ਨੂੰ ਫ੍ਰੈਕਸ਼ਨਸ ਨੂੰ ਪਲੱਸ ਕਰਨਾ ਨਹੀਂ ਆਉਂਦਾ। ਇਹ ਵਾਲੀ ਫ੍ਰੈਕਸ਼ਨ ਹੈ 2/3 ਤੇ ਇਹ ਵਾਲੀ ਫ੍ਰੈਕਸ਼ਨ ਹੈ 4/5 ਤੇ ਇਹਨੂੰ ਅਸੀਂ ਨਾਮ ਦਿੱਤਾ ਸੀ ਬਟਰਫਲਾਈ ਮੈਥਡ। ਤਾਂ ਹੀ ਅਸੀਂ ਇਹਦੇ ਬੇਸ ਤੇ ਬਟਰਫਲਾਈ ਵੀ ਬਣਾਈ ਸੀ। ਤੇ ਅਸੀਂ ਕੀ ਕਰਨਾ ਹੈ, ਪਹਿਲੇ ਜਿਹੜੇ ਦੋ ਡਿਨੋਮੀਨੇਟਰਸ ਨੇ ਤੇ ਇਹਨਾਂ ਨੂੰ ਆਪਾਂ ਕੀ ਕਰਨਾ, ਮਲਟੀਪਲਾਈ। 3 5 ਆ ਥੱਲੇ ਕੀ ਆ ਗਿਆ 15। ਇਹ ਵਾਲੇ ਦੋ ਜਿਹੜੇ ਨੰਬਰਸ ਨੇ ਡਾਇਗਨਲੀ ਅਸੀਂ ਮਲਟੀਪਲਾਈ ਕਰਨੇ ਆ। ਬੱਚੇ ਇਸ ਨੂੰ ਆਸਾਨ ਸਮਝਦੇ ਨੇ, ਘਰ 'ਚ ਫਿਰ ਕਰਦੇ ਨੇ ਪ੍ਰੈਕਟਿਸ, ਹੋ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਈਜ਼ੀ ਹੋ ਰਿਹਾ। ਹਾਂਜੀ, ਬੱਚਿਆਂ ਦਾ ਇੱਕ ਤਾਂ ਇੰਟਰਸਟ ਡਿਵੈਲਪ ਹੋ ਜਾਂਦਾ ਹੈ। ਜਿਹੜਾ ਇੱਕ ਮੈਥਸ ਦਾ ਫੋਬੀਆ ਹੈ ਬੱਚਿਆਂ ਦੇ ਅੰਦਰ, ਮੈਥਸ ਦਾ ਡਰ ਹੈ, ਉਹ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ। ਤੇ ਜਦੋਂ ਬੱਚੇ ਦਾ ਇੱਕ ਵਾਰੀ ਇੰਟਰਸਟ ਬਣਨਾ ਸ਼ੁਰੂ ਹੋ ਗਿਆ ਤੇ ਉਹਦੇ ਮਨ 'ਚੋਂ ਡਰ ਖਤਮ ਹੋ ਗਿਆ ਤੇ ਆਪਣੇ ਆਪ ਹੀ ਉਹਨੇ ਵਧੀਆ ਆਊਟਪੁੱਟ ਦੇਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਦਾ ਕੰਮ ਨਹੀਂ, ਇੱਕ ਮਹੀਨੇ ਦਾ ਕੰਮ ਨਹੀਂ, ਇੱਕ ਸਾਲ ਦਾ ਕੰਮ ਨਹੀਂ ਹੈ। ਮੇਰੇ ਸਾਰੀ 11 ਸਾਲਾਂ ਦੀ ਮਿਹਨਤ ਹੈ। ਤੇ ਜਦੋਂ ਵੀ ਮੈਨੂੰ ਟਾਈਮ ਲੱਗਦਾ ਹੈ, ਜਿੱਦਾਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ, ਸਾਨੂੰ ਸਰਦੀ ਦੀਆਂ ਛੁੱਟੀਆਂ ਹੁੰਦੀਆਂ, ਉਦੋਂ ਬੱਚੇ ਵੀ ਥੋੜ੍ਹਾ ਘੱਟ ਕੰਮ ਹੋਣਾ ਉਹਨਾਂ ਦੇ ਕੋਲ ਤੇ ਅਸੀਂ ਵੀ ਘਰ ਹੁੰਦੇ ਹਾਂ, ਜਾਂ ਸਕੂਲ 'ਚ ਜਦੋਂ ਜਿੱਦਾਂ ਐਗਜ਼ਾਮਸ ਚੱਲ ਰਹੇ ਜਾਂ ਸਾਡੇ ਕੋਲ ਫ੍ਰੀ ਟਾਈਮ ਹੈ ਤਾਂ ਉੱਥੇ ਬੈਠੇ ਆਈ ਕੀਪ ਔਨ ਕਟਿੰਗ ਦ ਪੇਪਰਸ ਤੇ ਮੈਂ ਕੁਛ ਨਾ ਕੁਛ ਨਵਾਂ ਆਈਡੀਆ ਸੋਚ ਕੇ ਨਵਾਂ ਕੁਛ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਆਸਾਨ ਵੀ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ, ਬਹੁਤ ਬਰੀਕੀ ਦਾ ਕੰਮ ਹੈ। ਤੇ ਤੁਸੀਂ ਮੁਸ਼ਕਿਲ ਵੀ ਨਹੀਂ ਕਹਿ ਸਕਦੇ ਕਿਉਂਕਿ ਜੇ ਕਹਿੰਦੇ ਨਾ ਕਿ ਜਿਸ ਗੱਲ ਦਾ ਮਨ 'ਚ ਉਹ ਹੋਵੇ, ਲਗਨ ਹੋਵੇ, ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਤਾਂ ਮੈਨੂੰ ਲੱਗਦਾ ਹੈ ਕਿ ਆਸਾਨ ਵੀ ਨਹੀਂ ਕਹਿ ਸਕਦੇ, ਮੁਸ਼ਕਿਲ ਵੀ ਨਹੀਂ ਕਹਿ ਸਕਦੇ, ਇੱਕ ਡੈਡੀਕੇਸ਼ਨ ਚਾਹੀਦੀ ਹੈ ਕੰਮ ਕਰਨ ਵਾਸਤੇ। ਤੇ ਮੇਰੇ 'ਚ ਉਹ ਡੈਡੀਕੇਸ਼ਨ ਹੈ ਕਿ ਮੈਂ ਕੰਮ ਕਰਨਾ ਹੈ ਤੇ ਬੱਚਿਆਂ ਤੱਕ ਪਹੁੰਚਾਉਣਾ ਹੈ। ਆਪਣੇ ਸਟਾਫ ਰੂਮ 'ਚ ਬਹਿ ਕੇ ਰੰਗ ਬਿਰੰਗੇ ਜੇ ਕਾਗਜ਼ ਕੱਟਦੀ ਰਹਿੰਦੀ ਸੀ ਤੇ ਮੇਰੇ ਹਸਬੈਂਡ ਜਾਂ ਮੇਰੇ ਫਰੈਂਡਸ ਨੇ ਹਮੇਸ਼ਾ ਮੈਨੂੰ ਕਹਿਣਾ ਕਿ ਸਾਰਾ ਦਿਨ ਰੰਗ ਬਿਰੰਗੇ ਜੇ ਕਾਗਜ਼ ਜੇ ਕੱਟਦੀ ਰਹਿੰਦੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਸੀ, ਦੇਖਿਓ ਮੈਨੂੰ ਇੱਕ ਦਿਨ ਮੇਰੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਮਿਲ ਗਿਆ 5 ਤਰੀਕ ਨੂੰ ਫਾਈਨਲੀ ਮਿਲ ਗਿਆ। ਤੇ ਮੈਨੂੰ ਲੱਗਦਾ ਹੈ ਕਿ ਮੈਂ ਨਾ ਸਭ ਤੋਂ ਲੱਕੀ ਟੀਚਰ ਸੀਗੀ ਟੀਚਰਸ ਡੇ ਤੇ, ਜਿਹਨੂੰ ਇੰਨੀ ਵਧੀਆ ਜਗ੍ਹਾ ਤੇ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ 'ਚ ਇੰਨੀ ਵਧੀਆ ਜਗ੍ਹਾ ਉੱਤੇ ਸਾਨੂੰ ਇੰਨਾ ਵਧੀਆ ਅਵਾਰਡ CM ਸਰ ਤੇ EM ਸਰ ਵੱਲੋਂ ਮਿਲ ਰਿਹਾ। ਅੱਜ ਤੁਹਾਨੂੰ ਮੈਥ ਦੇ ਇੱਕ ਐਸੇ ਟੀਚਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਹਰ ਇੱਕ ਸਵਾਲ ਦਾ ਜਵਾਬ ਬਿਨਾਂ ਕੈਲਕੂਲੇਟਰ ਤੋਂ ਆਸਾਨੀ ਦੇ ਨਾਲ ਦੇ ਦਿੰਦੇ ਨੇ। ਜੀ ਹਾਂ, ਮੇਰੇ ਨਾਲ ਮੈਡਮ ਰੁਮਾਨੀ ਅਹੂਜਾ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਮੈਡਮ, ਕਿਸ ਤਰ੍ਹਾਂ ਸਿੰਪਲ ਬਣਾਤਾ ਮੈਥ ਨੂੰ, ਆਸਾਨ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ? ਸਤਿ ਸ਼੍ਰੀ ਅਕਾਲ ਜੀ। ਬੇਸਿਕਲੀ ਬੱਚਿਆਂ ਨੂੰ ਮੈਥ ਸਿਖਾਤਾ ਵਿਜ਼ੂਅਲਾਈਜ਼ ਕਰਵਾ ਕੇ, ਹੈ ਨਾ। ਜੇ ਬੱਚੇ ਇੱਕ ਕਨਸੈਪਟ ਨੂੰ ਦੇਖ ਲੈਣਗੇ ਆਪਣੀ ਅੱਖਾਂ ਦੇ ਨਾਲ ਤੇ ਉਹ ਕਨਸੈਪਟ ਉਹਨਾਂ ਦੇ ਦਿਮਾਗ 'ਚ ਪੱਕਾ ਹੋ ਜਾਂਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇੰਨੀ ਸਾਰੀ ਐਕਟੀਵਿਟੀਜ਼ ਬਣਾਈਆਂ, ਜਾਂ ਸਾਡੇ ਸਕੂਲ 'ਚ ਮੈਥ ਪਾਰਕ ਹੈ, ਸ਼ਕੁੰਤਲਾ ਦੇਵੀ ਮੈਥਮੈਟੀਕਲ ਪਾਰਕ, ਜਾਂ ਮੈਥ ਲੈਬ ਹੈ। ਜਦੋਂ ਅਸੀਂ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਹਾਂ ਤੇ ਇੱਕ ਫਾਰਮੂਲਾ ਬੱਚਾ ਆਪ ਡਿਰਾਈਵ ਕਰ ਲੈਂਦਾ ਹੈ ਤੇ ਜਦੋਂ ਕਨਸੈਪਟਸ ਨੂੰ ਵਿਜ਼ੂਅਲਾਈਜ਼ ਕਰਦਾ ਹੈ ਤਾਂ ਉਹ ਬਿਲਕੁਲ ਬੱਚੇ ਦੇ ਬੇਸਿਕਸ ਕਲੀਅਰ ਹੋ ਜਾਂਦੇ ਆ। ਸੋ ਕਿਸ ਤਰ੍ਹਾਂ ਇਹ ਐਕਟੀਵਿਟੀ ਕਿਸ ਤਰ੍ਹਾਂ ਬਣਾਈ, ਕਦੋਂ ਤੋਂ ਸ਼ੁਰੂ ਕੀਤਾ ਕੰਮ ਕਿ ਬੱਚਿਆਂ ਨੂੰ ਮੈਥ ਜਿਹੜਾ ਵਾ ਆਸਾਨੀ ਨਾਲ ਪੜ੍ਹਾਇਆ ਜਾ ਸਕੇ? ਹਾਂਜੀ, ਮੈਂ 2011 'ਚ ਜੋਬ ਆਪਣੀ ਜੁਆਇਨ ਕੀਤੀ ਸੀ ਹੀਰਾ ਪਿੰਡ ਤੋਂ, ਅਤੇ ਉਸ ਤੋਂ ਬਾਅਦ ਮੇਰੀ ਟਰਾਂਸਫਰ ਹੋ ਗਈ PAU ਸਕੂਲ 'ਚ। ਅਤੇ ਸਾਡੇ ਸੈਮੀਨਾਰ ਵੀ ਲੱਗਦੇ ਸੀ ਅਤੇ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਸੀ। ਅਤੇ ਉੱਥੇ ਹੀ ਮੈਨੂੰ ਸ਼ੌਂਕ ਸੀਗਾ ਕਿ ਜਦੋਂ ਅਸੀਂ ਸਿੱਖਦੇ ਸੀ ਕਿ ਮੈਂ ਕੁਛ ਹੋਰ ਘਰ ਆ ਕੇ ਨਵਾਂ ਬਣਾਵਾਂ। ਅਤੇ ਮੇਰੇ ਕੋਲ ਜਦੋਂ ਵੀ ਫ੍ਰੀ ਟਾਈਮ ਹੁੰਦਾ ਹੈ ਤਾਂ ਮੈਂ ਇਹ ਹੀ ਯੂਟੀਲਾਈਜ਼ ਕਰਦੀ ਹਾਂ ਆਪਣਾ ਟਾਈਮ ਕਿ ਮੈਂ ਐਕਟੀਵਿਟੀਜ਼ ਬਣਾਉਂਦੀ ਰਹਿੰਦੀ ਹਾਂ। ਅਤੇ ਬੈਸਟ ਪਾਰਟ ਇਨ ਐਕਟੀਵਿਟੀਜ਼ ਦਾ ਇਹ ਹੈ ਕਿ ਇਹ ਸਾਰੀ ਸ਼ੀਟਸ ਤੋਂ ਬਣੀ ਆ, ਠੀਕ ਹੈ। ਅਤੇ ਕੋਈ ਪੋਲਿਊਸ਼ਨ ਵਾਲਾ ਉਹ ਸਿਸਟਮ ਵੀ ਨਹੀਂ ਹੈ, ਅਤੇ ਬਹੁਤ ਹੀ ਲੋ ਕੋਸਟ ਮੋਡਲਸ ਨੇ ਇਹ ਸਾਰੇ। ਅਤੇ ਦੇਖ ਕੇ ਮੋਡਲਸ ਬੱਚੇ ਬਹੁਤ ਜ਼ਿਆਦਾ ਅਟਰੈਕਟ ਹੁੰਦੇ ਆ। ਅਤੇ ਇਹਨਾਂ 'ਚੋਂ ਕਈ ਵਰਕਿੰਗ ਵੀ ਹੈ, ਕਈ ਐਜ਼ ਫਲੈਸ਼ ਕਾਰਡਸ ਹੈ, ਕਈ ਐਜ਼ ਸਟੇਸ਼ਨਰੀ ਮੋਡਲਸ ਹੈ। ਹੁਣ ਤੁਸੀਂ ਦੇਖੋ, ਜਿੱਦਾਂ ਮੈਂ ਇਹ ਵਾਲਾ ਬਟਰਫਲਾਈ ਮੈਥਡ ਅਸੀਂ ਸਿੱਖਿਆ ਸੀ ਅਤੇ ਇਹਦੇ 'ਚ ਕੀ ਸੀਗਾ ਕਿ ਜੇ ਅਸੀਂ ਫਰੈਕਸ਼ਨਸ ਨੂੰ ਪਲੱਸ ਕਰਨਾ ਹੈ, ਨੋਰਮਲੀ ਬੱਚਿਆਂ ਨੂੰ ਫਰੈਕਸ਼ਨਸ ਨੂੰ ਪਲੱਸ ਕਰਨਾ ਨਹੀਂ ਆਉਂਦਾ। ਇਹ ਵਾਲੀ ਫਰੈਕਸ਼ਨ ਹੈ 2/3 ਅਤੇ ਇਹ ਵਾਲੀ ਫਰੈਕਸ਼ਨ ਹੈ 4/5 ਅਤੇ ਇਹਨੂੰ ਅਸੀਂ ਨਾਮ ਦਿੱਤਾ ਸੀ ਬਟਰਫਲਾਈ ਮੈਥਡ। ਤਾਂ ਹੀ ਅਸੀਂ ਇਹਦੇ ਬੇਸ 'ਤੇ ਬਟਰਫਲਾਈ ਵੀ ਬਣਾਈ ਸੀ। ਅਤੇ ਅਸੀਂ ਕੀ ਕਰਨਾ ਹੈ, ਪਹਿਲੇ ਜਿਹੜੇ ਦੋ ਡਿਨੋਮੀਨੇਟਰਸ ਨੇ ਅਤੇ ਇਹਨਾਂ ਨੂੰ ਆਪਾਂ ਕੀ ਕਰਨਾ, ਮਲਟੀਪਲਾਈ। 3 5 ਆ ਥੱਲੇ ਕੀ ਆ ਗਿਆ 15। ਇਹ ਵਾਲੇ ਦੋ ਜਿਹੜੇ ਨੰਬਰਸ ਨੇ ਡਾਇਗਨਲੀ ਅਸੀਂ ਮਲਟੀਪਲਾਈ ਕਰਨੇ ਆ। 3 × 4 12, 3 4 12 ਅਤੇ ਇਹ ਵਾਲੇ ਡਾਇਗਨਲੀ ਇੱਥਾਂ 5 2 10, 2 × 5 10। ਅਤੇ ਇਹ ਵਾਲੇ ਜਿਹੜੇ ਟੌਪ 'ਤੇ ਦੋ ਨੰਬਰਸ ਆ ਗਏ, ਇਹਨਾਂ ਨੂੰ ਆਪਾਂ ਕੀ ਕਰਨਾ ਹੈ, ਜੋੜ।
ਦੈਟ ਇਜ਼ ਪਲੱਸ ਤੇ 10 ਤੇ 12 ਕਿੰਨਾ ਆ ਗਿਆ 22 ਤੇ ਸਾਡਾ ਆਨਸਰ ਆ ਗਿਆ 22/15 ਤੇ ਇਸ ਤਰ੍ਹਾਂ ਜੇ ਅਸੀਂ ਫ੍ਰੈਕਸ਼ਨਸ ਨੂੰ ਪਲੱਸ ਕਰਨਾ ਹੈ ਤੇ ਇਹ ਦੇਖੋ ਤੁਸੀਂ ਇਹ ਵਾਲੇ ਜਿਹੜੇ ਬਣਾਏ ਹੋਏ ਆ ਇਹ ਸਟ੍ਰਿਪਸ ਨੇ ਇੱਥੇ ਮੈਂ ਬਦਲ ਕੇ ਹੋਰ ਕੋਈ ਵੀ ਨੰਬਰ ਨया ਪਾ ਸਕਦੀ ਹਾਂ ਤੇ ਬੱਚਾ ਆਪਣੇ ਆਪ ਵਰਕਿੰਗ ਕਰਕੇ ਫ੍ਰੈਕਸ਼ਨਸ ਦੀ ਕੈਲਕੂਲੇਸ਼ਨਸ ਕਰ ਸਕਦਾ ਹੈ ਥਰੂ ਬਟਰਫਲਾਈ ਮੈਥਡ। ਬੱਚੇ ਇਸ ਨੂੰ ਆਸਾਨ ਸਮਝਦੇ ਨੇ, ਘਰ 'ਚ ਫਿਰ ਕਰਦੇ ਨੇ ਪ੍ਰੈਕਟਿਸ, ਹੋ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਈਜ਼ੀ ਹੋ ਰਿਹਾ? ਹਾਂਜੀ, ਬੱਚਿਆਂ ਦਾ ਇੱਕ ਤਾਂ ਇੰਟਰਸਟ ਡਿਵੈਲਪ ਹੋ ਜਾਂਦਾ ਹੈ। ਜਿਹੜਾ ਇੱਕ ਮੈਥਸ ਦਾ ਫੋਬੀਆ ਹੈ ਬੱਚਿਆਂ ਦੇ ਅੰਦਰ, ਮੈਥਸ ਦਾ ਡਰ ਹੈ, ਉਹ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ ਤੇ ਜਦੋਂ ਬੱਚੇ ਦਾ ਇੱਕ ਵਾਰੀ ਇੰਟਰਸਟ ਬਣਨਾ ਸ਼ੁਰੂ ਹੋ ਗਿਆ ਤੇ ਉਹਦੇ ਮਨ 'ਚੋਂ ਡਰ ਖਤਮ ਹੋ ਗਿਆ ਤੇ ਆਪਣੇ ਆਪ ਹੀ ਉਹਨੇ ਵਧੀਆ ਆਊਟਪੁੱਟ ਦੇਣਾ ਸ਼ੁਰੂ ਕਰ ਦਿੱਤਾ। ਤੁਹਾਡਾ ਇੰਟਰਸਟ ਕਿਸ ਤਰ੍ਹਾਂ ਸੀ ਮੈਥ 'ਚ? ਮੈਨੂੰ ਲੱਗਦਾ ਜਦੋਂ ਮੈਂ ਆਪ ਇੱਕ ਸਟੂਡੈਂਟ ਸੀ, ਮੈਂ ਆਪ ਮੈਥ ਪੜ੍ਹਦੀ ਸੀ ਤਾਂ ਸ਼ਾਇਦ ਇੰਨਾ ਨਹੀਂ ਸੀਗਾ, ਪਰ ਹੁਣ ਜਦੋਂ ਪੜ੍ਹਾਉਣ ਲੱਗ ਗਏ ਹਾਂ ਹੋਰ ਨਵੀਆਂ ਚੀਜ਼ਾਂ ਸਿੱਖਦੇ ਹਾਂ, ਕਿਉਂਕਿ ਲਰਨਿੰਗ ਤੁਸੀਂ ਕਹਿ ਲਓ ਇੱਕ ਨੈਵਰ ਐਂਡਿੰਗ ਪ੍ਰੋਸੈਸ ਹੈ, ਉਹ ਕਦੇ ਵੀ ਖਤਮ ਨਹੀਂ ਹੁੰਦਾ ਤੇ ਮੈਂ ਵੀ ਹਰ ਰੋਜ਼ ਚਾਹੇ ਆਪਣੇ ਕੋਲੀਗਸ ਨੇ ਚਾਹੇ ਆਪਣੇ ਟੀਚਰਸ ਨੇ ਉਹਨਾਂ ਤੋਂ ਸਿੱਖ ਰਹੀ ਹਾਂ, ਚਾਹੇ ਅੱਜ ਕੱਲ੍ਹ ਦੀ ਟੈਕਨੋਲੋਜੀ ਹੈ, YouTube ਹੈ ਜਾਂ Google ਹੈ ਜਾਂ ਕੋਈ ਵੀ ਇਲੈਕਟ੍ਰੋਨਿਕ ਮੀਡੀਆ, ਮੈਂ ਵੀ ਸਿੱਖ ਰਹੀ ਹਾਂ ਤੇ ਮੈਨੂੰ ਵੀ ਹੁੰਦਾ ਕਿ ਮੈਂ ਹੋਰ ਕੁਝ ਨਵਾਂ ਕ੍ਰੀਏਟ ਕਰਾਂ ਤੇ ਬੱਚਿਆਂ ਨੂੰ ਦੇਵਾਂ ਤੇ ਮੈਂ ਵੀ ਸਿੱਖ ਰਹੀ ਹਾਂ ਤੇ ਮੈਂ ਬਹੁਤ ਇੰਜੋਏ ਕਰ ਰਹੀ ਹਾਂ। ਤਾਂ ਸ਼ਾਇਦ ਮੈਂ ਆਪਣੇ ਸਕੂਲ ਟਾਈਮਸ ਨਹੀਂ ਕੀਤਾ ਸੀ ਜਦੋਂ ਮੈਂ ਆਪ ਇੱਕ ਸਟੂਡੈਂਟ ਸੀ, ਪਰ ਐਜ਼ ਅ ਟੀਚਰ ਮੈਂ ਜ਼ਿਆਦਾ ਇੰਜੋਏ ਕਰ ਰਹੀ ਹਾਂ। ਸੋ ਇੱਥੇ ਵੀ ਦੱਸ ਦਈਏ ਕਿ ਮੈਡਮ ਨੂੰ ਇੱਕ ਜਿਹੜਾ ਵਾ ਅਵਾਰਡ ਵੀ, ਸਟੇਟ ਅਵਾਰਡ ਵੀ ਜਿਹੜਾ ਮਿਲ ਚੁੱਕਾ ਵਾ ਟੀਚਰ ਡੇ ਤੇ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜਿਹੜਾ ਵਾ ਅਵਾਰਡ ਵੀ ਜਿਹੜਾ ਇੱਕ ਮੈਡਮ ਨੂੰ ਦਿੱਤਾ, ਕਿਉਂਕਿ ਮੈਥ ਨੂੰ ਬੜਾ ਆਸਾਨ ਤਰੀਕੇ ਨਾਲ ਕਰ ਦਿੱਤਾ ਵਾ। ਬਹੁਤ ਸਾਰੇ ਮਾਡਲ ਅੱਗੇ ਪਏ ਨੇ, ਗੱਲਬਾਤ ਕਰ ਰਹੇ ਹਾਂ। ਮੈਡਮ ਬਹੁਤ ਸਾਰੇ ਮਾਡਲ ਰੱਖੇ ਹੋਏ ਨੇ, ਸੋ ਸਮਾਂ ਕਿੰਨਾ ਕੁ ਲੱਗਦਾ ਇਹਨਾਂ ਮਾਡਲ ਨੂੰ ਬਣਾਉਣ ਨੂੰ, ਮੈਥ ਨੂੰ ਈਜ਼ੀ ਕਰਨ ਦੇ ਲਈ ਕਿੰਨਾ ਕੁ ਸਮਾਂ ਲੱਗਦਾ? ਘਰ ਦੇ ਵਿੱਚ ਟਾਈਮ ਕਿੰਨਾ ਕੁ ਯੂਜ਼ ਕਰਦੇ ਹੋ? ਦੇਖੋ ਸਮੇਂ ਦੀ ਜੇ ਗੱਲ ਕਰੀਏ ਤਾਂ ਉਹਦੀ ਤਾਂ ਕੋਈ ਗਿਣਤੀ ਨਹੀਂ ਹੈ, ਕਿਉਂਕਿ ਇਹ ਤਾਂ ਹੈ ਨਹੀਂ ਕਿ ਮੈਂ ਬਹੁਤ ਥੋੜ੍ਹੇ ਸਮੇਂ 'ਚ ਬਣਾ ਲਿਆ। ਜਦੋਂ ਦੀ ਮੈਂ ਜੌਬ 'ਚ ਹਾਂ ਕਿ ਇੱਕ ਦਿਨ ਦਾ ਕੰਮ ਨਹੀਂ, ਇੱਕ ਮਹੀਨੇ ਦਾ ਕੰਮ ਨਹੀਂ, ਇੱਕ ਸਾਲ ਦਾ ਕੰਮ ਨਹੀਂ ਹੈ, ਮੇਰੀ ਸਾਰੀ 11 ਸਾਲਾਂ ਦੀ ਮਿਹਨਤ ਹੈ ਤੇ ਜਦੋਂ ਵੀ ਮੈਨੂੰ ਟਾਈਮ ਲੱਗਦਾ ਹੈ, ਜਿੱਦਾਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ, ਸਾਨੂੰ ਸਰਦੀ ਦੀਆਂ ਛੁੱਟੀਆਂ ਹੁੰਦੀਆਂ, ਉਦੋਂ ਬੱਚੇ ਵੀ ਥੋੜ੍ਹਾ ਘੱਟ ਕੰਮ ਹੋਣਾ ਉਹਨਾਂ ਦੇ ਕੋਲ ਤੇ ਅਸੀਂ ਵੀ ਘਰ ਹੁੰਦੇ ਹਾਂ, ਜਾਂ ਸਕੂਲ 'ਚ ਜਦੋਂ ਜਿੱਦਾਂ ਐਗਜ਼ਾਮਸ ਚੱਲ ਰਹੇ ਜਾਂ ਸਾਡੇ ਕੋਲ ਫ੍ਰੀ ਟਾਈਮ ਹੈ ਤਾਂ ਉੱਥੇ ਬੈਠੇ ਆਈ ਕੀਪ ਔਨ ਕਟਿੰਗ ਦ ਪੇਪਰਸ ਤੇ ਮੈਂ ਕੁਛ ਨਾ ਕੁਛ ਨਵਾਂ ਆਈਡੀਆ ਸੋਚ ਕਿ ਨਵਾਂ ਕੁਝ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਮੈਥ ਇੱਕ ਮੁਸ਼ਕਿਲ ਜਿਹੜਾ ਸਬਜੈਕਟ ਹੈਗਾ ਵਾ, ਪਰ ਇਸ ਤਰ੍ਹਾਂ ਦੇ ਮਾਡਲ ਬਣਾਉਣੇ ਵੀ ਮੁਸ਼ਕਿਲ ਹੈ, ਪਰ ਬੱਚਿਆਂ ਨੂੰ ਆਸਾਨ ਕਰ ਦੇਣਾ ਇਹ ਕਿਸ ਤਰ੍ਹਾਂ ਫਿਰ ਕਰਦੇ ਹੋ ਤੁਸੀਂ? ਪੂਰਾ ਸਮਾਂ ਇਸ ਮਾਡਲ ਦੇ ਉੱਤੇ ਕਰਨ ਦਾ ਤਰੀਕਾ? ਹਾਂਜੀ, ਉਹੀ ਫਿਰ ਬੱਚਿਆਂ ਨੂੰ ਜਦੋਂ ਆਪਾਂ ਆਪਣੇ ਵੱਲ ਅਟਰੈਕਟ ਕਰ ਲਿਆ, ਹੁਣ ਇੱਕ ਬੜੀ ਵਧੀਆ ਗੱਲ ਹੈ ਜੇ ਮੈਂ ਹੁਣ ਇਹ ਮਾਡਲਸ ਬਣਾ ਰਹੀ ਹਾਂ ਜਾਂ ਕੁਝ ਕ੍ਰੀਏਟ ਕਰ ਰਹੀ ਹਾਂ ਤੇ ਬੱਚੇ ਵੀ ਉਹਨੂੰ ਰੈਪਲੀਕੇਟ ਕਰ ਰਹੇ ਹੈ ਨਾ, ਕਿਉਂਕਿ ਜੇ ਬੱਚੇ ਨਹੀਂ ਕਰ ਰਹੇ ਤਾਂ ਉਹਦਾ ਟੀਚਰ ਦਾ ਵੀ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਹੁਣ ਮੇਰੇ ਬੜੇ ਵਧੀਆ ਸਟੂਡੈਂਟਸ ਨੇ, ਹਰਲੀਨ ਹੈ, ਅਨੁਪਮ ਸੀਗਾ, ਮਤਲਬ ਕਿ ਜਿਹੜੇ ਪਾਸ ਆਊਟ ਹੋ ਚੁੱਕੇ ਆ ਹੁਣ 10ਵੀਂ ਪਾਸ ਆਊਟ, ਤੇ ਮੈਂ ਬੱਚਿਆਂ ਨੂੰ ਨਾਰਮਲੀ ਇੱਕ ਗੱਲ ਕਹਿੰਦੀ ਸੀ ਕਿ ਤੁਸੀਂ ਇੱਕ ਪ੍ਰੈਕਟੀਕਲ ਕਾਪੀ ਨਹੀਂ ਬਣਾਉਣੀ, ਤੁਸੀਂ ਇੱਕ ਇਨੋਵੇਟਿਵ ਫਾਈਲ ਬਣਾਉਣੀ ਹੈ ਜਿਹੜੀ ਤੁਸੀਂ ਹਰ ਕਲਾਸ 'ਚ ਕੈਰੀ ਫਾਰਵਰਡ ਕਰਨੀ ਹੈ। ਤੁਸੀਂ 6th ਕਲਾਸ 'ਚ ਬਣਾਈ ਤੇ ਉਹਨੂੰ ਹੀ ਤੁਸੀਂ ਕੈਰੀ ਫਾਰਵਰਡ ਕਰਕੇ ਤੁਸੀਂ 7th 'ਚ ਲੈ ਕੇ ਜਾਣਾ, ਉਹਨੂੰ ਹੀ ਤੁਸੀਂ 8ਵੀਂ 'ਚ ਲੈ ਕੇ ਜਾਣਾ ਟਿਲ 10th। ਤੇ ਜਿੱਦਾਂ ਦੀ ਮੈਂ ਤੁਸੀਂ ਦੇਖ ਰਹੇ ਹੋ ਫਾਈਲਸ ਬਣਾਈਆਂ, ਇੱਦਾਂ ਦੀ ਹੀ ਹਰ ਇੱਕ ਬੱਚੇ ਨੇ ਵੀ ਫਾਈਲ ਬਣਾਈ ਸੀ ਤੇ ਬੱਚੇ ਵੀ ਇਸ ਗੱਲ ਨੂੰ ਰੈਪਲੀਕੇਟ ਕਰਦੇ ਆ। ਹੁਣ ਮੇਰਾ ਇੱਕ YouTube ਚੈਨਲ ਹੈ ਜਿਹੜਾ ਵੈਸੇ ਮੈਂ ਆਨਲਾਈਨ ਟਾਈਮ 'ਚ ਸਟਾਰਟ ਕੀਤਾ ਸੀ ਕੋਵਿਡ ਦੇ ਦੌਰਾਨ, ਮੈਜਿਕ ਆਫ ਮੈਥ ਬਾਏ ਰੁਮਾਨੀ, ਤੇ ਉਹਦੇ ਤੇ ਮੈਂ ਇੱਕ ਐਕਟੀਵਿਟੀ ਅਪਲੋਡ ਕੀਤੀ ਤੇ ਬੱਚੇ ਨੇ ਉਹੀ ਐਕਟੀਵਿਟੀ ਬਣਾਈ ਤੇ ਮੈਂ ਆਪਣੇ ਮਾਡਲ ਦਾ ਨਾਂ ਰੱਖਿਆ, ਚੈਨਲ ਦਾ ਨਾਂ ਰੱਖਿਆ ਸੀ ਮੈਜਿਕ ਆਫ ਮੈਥ ਬਾਏ ਰੁਮਾਨੀ ਤੇ ਬੱਚੇ ਨੇ ਆਪਣੇ ਮਾਡਲ ਦਾ ਨਾਮ ਰੱਖਿਆ ਮੈਜਿਕ ਆਫ ਮੈਥ ਬਾਏ ਅਨੰਨਿਆ। ਤੇ ਇਹ ਦੇਖ ਕੇ ਬੜਾ ਵਧੀਆ ਲੱਗਦਾ ਹੈ ਕਿ ਜਦੋਂ ਤੁਹਾਨੂੰ ਬੱਚੇ ਕਾਪੀ ਕਰ ਰਹੇ ਹੈ ਨਾ ਤੇ ਤੁਹਾਡੇ ਤੋਂ ਸਿੱਖ ਰਹੇ ਹੈ ਤਾਂ ਫਿਰ ਟੀਚਰ ਦਾ ਪੜ੍ਹਾਇਆ ਟੀਚਰ ਇੱਕ ਸਕਸੈਸਫੁਲ ਹੈ। ਬਹੁਤ ਸਾਰੇ ਮਾਡਲ ਅੱਗੇ ਰੱਖੇ ਨੇ, ਕਿੰਨਾ ਕੁ ਲੱਗਦਾ ਕਿ ਆਸਾਨ ਕੰਮ ਹੈਗਾ ਇਹਨਾਂ ਮਾਡਲ ਨੂੰ ਬਣਾਉਣਾ, ਬੱਚਿਆਂ ਤੱਕ ਪਹੁੰਚਾਉਣਾ, ਪੜ੍ਹਾਉਣਾ ਉਹਨਾਂ ਨੂੰ? ਕਿੰਨਾ ਕੁ ਲੱਗਦਾ ਤੁਹਾਡੇ ਵਾਸਤੇ ਆਸਾਨ ਹੈ ਜਾਂ ਮੁਸ਼ਕਿਲ ਹੈ? ਤੁਸੀਂ ਆਸਾਨ ਵੀ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ, ਬਹੁਤ ਬਰੀਕੀ ਦਾ ਕੰਮ ਹੈ, ਤੇ ਤੁਸੀਂ ਮੁਸ਼ਕਿਲ ਵੀ ਨਹੀਂ ਕਹਿ ਸਕਦੇ ਕਿਉਂਕਿ ਜੇ ਕਹਿੰਦੇ ਨਾ ਕਿ ਜਿਸ ਗੱਲ ਦਾ ਮਨ 'ਚ ਉਹ ਹੋਵੇ, ਲਗਨ ਹੋਵੇ, ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਤਾਂ ਮੈਨੂੰ ਲੱਗਦਾ ਹੈ ਕਿ ਆਸਾਨ ਵੀ ਨਹੀਂ ਕਹਿ ਸਕਦੇ, ਮੁਸ਼ਕਿਲ ਵੀ ਨਹੀਂ ਕਹਿ ਸਕਦੇ, ਇੱਕ ਡੈਡੀਕੇਸ਼ਨ ਚਾਹੀਦੀ ਹੈ ਕੰਮ ਕਰਨ ਵਾਸਤੇ ਤੇ ਮੇਰੇ 'ਚ ਉਹ ਡੈਡੀਕੇਸ਼ਨ ਹੈ ਕਿ ਮੈਂ ਕੰਮ ਕਰਨਾ ਹੈ ਤੇ ਬੱਚਿਆਂ ਤੱਕ ਪਹੁੰਚਾਉਣਾ ਹੈ। ਆਸਾਨ ਕਿੱਦਾਂ ਕੁ ਲੱਗਦਾ? ਤੁਸੀਂ ਸਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੋ, ਜਿਵੇਂ ਤੁਸੀਂ ਅੱਗੇ ਰੱਖੇ ਆ ਮਾਡਲ ਰੱਖੇ ਨੇ, ਕੁਝ ਫਾਈਲਾਂ ਰੱਖੀਆਂ ਨੇ, ਸੋ ਕਿਸ ਤਰ੍ਹਾਂ ਇਹ ਆਸਾਨ ਬਣ ਜਾਂਦਾ ਵਾ ਜੇ ਬੱਚਿਆਂ ਨੂੰ ਸਮਝਾਉਣਾ ਹੋਵੇ ਮੈਥ? ਹੁਣ ਦੇਖੋ ਜਿੱਦਾਂ ਇਹ ਬਹੁਤ ਵਧੀਆ ਸ਼ੀਟ ਹੈ ਤੇ ਇਹ ਵੈਸੇ ਮੇਰੇ ਇੱਕ ਸਟੂਡੈਂਟ ਹਰਲੀਨ ਕੌਰ ਨੇ ਬਣਾਈ ਸੀ ਤੇ ਇਹਦੇ 'ਚ ਕੀ ਹੈ ਤੁਸੀਂ ਦੇਖੋ ਲਿਖਿਆ ਹੋਇਆ ਮੈਥਸ ਹਿਊਮਨ, ਮੈਥ ਦਾ ਆਦਮੀ, ਇਨਸਾਨ, ਤੇ ਇਹਦੇ 'ਚ ਸਾਰੀ ਜਿਹੜੀ ਆਪਣੀ ਮੈਥਸ ਦੀਆਂ ਸ਼ੇਪਸ ਨੇ ਉਹ ਆ ਜਾਂਦੀ ਹੈ। ਜਿੱਦਾਂ ਉਹਦਾ ਫੇਸ ਹੈ ਉਹ ਸਰਕਲ ਸ਼ੇਪ ਹੈ, ਜਿਹੜੀ ਉਹਦੇ ਟੋਪੀ ਪਾਈ ਹੈ ਉਹ ਕੋਨ ਸ਼ੇਪ ਹੈ, ਜਿਹੜੀਆਂ ਉਹਦੀਆਂ ਅੱਖਾਂ ਹੈ ਉਹ ਨਾਰਮਲ ਆਪਣਾ ਮੈਥ ਵਿੱਚ ਆਪਾਂ ਡਿਵਾਈਡ ਦਾ ਸਾਈਨ ਯੂਜ਼ ਕਰਦੇ ਹਾਂ ਉਹ ਸ਼ੋ ਕਰ ਰਹੀਆਂ, ਜਿਹੜਾ ਉਹਦਾ ਨੱਕ ਹੈ ਉਹ ਪੈਰਲਲ ਲਾਈਨ ਸ਼ੋ ਕਰ ਰਿਹਾ, ਜਿਹੜੇ ਉਹਦੇ ਲਿਪਸ ਨੇ ਉਹ ਕੌਂਗਰੂਐਂਟ ਦਾ ਸਾਈਨ ਸ਼ੋ ਕਰ ਰਿਹਾ, ਜਿਹੜੀ ਉਹਦੀ ਗਰਦਨ ਹੈ ਉਹ ਟਰਾਇੰਗਲ ਹੈ,
ਇਹ ਚੈਸਟ ਵਾਲਾ ਪਾਰਟ ਉਹਦਾ ਰੈਕਟੈਂਗਲ ਆ ਗਿਆ, ਸਟਮਕ ਉਹਦਾ ਸਕੁਆਇਰ ਆ ਗਿਆ, ਇਹ ਸਿਲੰਡਰ ਪੋਰਸ਼ਨ ਹੋ ਗਿਆ, ਇਹ ਫੁੱਟ ਜਿਹੜੇ ਹੈ ਉਹਦੇ ਉਹ ਸਰਕਲ ਪੋਰਸ਼ਨ ਹੋ ਗਏ, ਇਹ ਵਾਲੇ ਵੀ ਟ੍ਰਾਇੰਗਲ ਹੋ ਗਏ। ਮਤਲਬ ਕਿ ਜਦੋਂ ਬੱਚੇ ਇਦਾਂ ਦੇ ਅਟਰੈਕਟਿਵ ਚੀਜ਼ ਦੇਖਦੇ ਆ ਨਾ ਤੇ ਉਹਨਾਂ ਦੀ ਅਟਰੈਕਸ਼ਨ ਆਪਣੇ ਆਪ ਹੀ ਸਬਜੈਕਟ ਵੱਲ ਵੱਧ ਜਾਂਦੀ ਹੈ। ਜੇ ਬੱਚਿਆਂ ਨੂੰ ਮਿਲਣਾ ਤਾਂ ਕਲਾਸ 'ਚ ਮੁਸ਼ਕਿਲ ਲੱਗਦਾ ਨਾ, ਉਹ ਅੱਜ ਬੱਚੇ ਆਰਾਮ ਨਾਲ ਕਲਾਸ ਅਟੈਂਡ ਕਰਦੇ ਨੇ ਕਿ ਮੈਡਮ ਦੀ ਕਲਾਸ ਅਟੈਂਡ ਕਰ ਲਈਏ, ਸੌਖਾ ਵਾ ਮੈਥ। ਬਿਲਕੁਲ ਬਿਲਕੁਲ ਜੀ। ਸੋ ਹੋਰ ਕਿਸ ਤਰ੍ਹਾਂ ਦੇ ਕੀ ਮਾਡਲ ਹੈਗੇ ਨੇ ਆਸਾਨ ਜੇ ਤਰੀਕੇ ਨਾਲ, ਅਗਰ ਆਹ ਮਾਡਲ ਦੀ ਗੱਲ ਕੀਤੀ ਜਾਵੇ ਕੀ ਬਣਾਇਆ ਗਿਆ ਵਾ ਇਸ ਮਾਡਲ ਦੇ ਉੱਤੇ? ਹਾਂਜੀ, ਇਸ ਮਾਡਲ ਤੇ ਵੈਸੇ ਮੈਂ ਇੱਕ ਸਿਟੀ ਬਣਾਈ ਸੀ। ਜਿੱਦਾਂ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਕਿ ਜੇ ਤੁਸੀਂ ਰਹਿ ਰਹੇ ਹੋ ਹੈ ਨਾ, ਤੇ ਤੁਸੀਂ ਸ਼ਹਿਰ 'ਚ ਰਹਿ ਰਹੇ ਹੋ ਤੇ ਕੁਝ ਵੀ ਜਿਹੜਾ ਹੈ ਮੈਥ ਤੋਂ ਬਿਨਾਂ ਪੋਸੀਬਲ ਨਹੀਂ ਹੈ। ਹੁਣ ਆਪਾਂ ਸਵੇਰੇ ਉੱਠਦੇ ਹਾਂ, ਸਭ ਤੋਂ ਪਹਿਲੇ ਕੀ ਦੇਖਦੇ ਹਾਂ? ਟਾਈਮ ਕੀ ਹੈ? ਮੈਥ ਹੈ। ਆਪਾਂ ਅਲਾਰਮ ਲਗਾ ਕੇ ਸੌਂਦੇ ਹਾਂ ਕਿ ਆਪਾਂ ਸਵੇਰੇ ਜਲਦੀ ਉੱਠਣਾ ਹੈ, ਉਹਦੇ 'ਚ ਵੀ ਮੈਥ ਹੈ। ਠੀਕ ਹੈ, ਆਪਾਂ ਬਾਜ਼ਾਰ ਜਾ ਰਹੇ ਹਾਂ, ਕੁਝ ਵੀ ਖਰੀਦ ਰਹੇ ਹਾਂ, ਕਿੰਨੇ ਕਿਲੋ ਖਰੀਦਣਾ ਜਾਂ ਕਿੰਨੇ ਲੀਟਰ ਖਰੀਦਣਾ ਹੈ ਨਾ, ਕੁਝ ਵੀ ਮੈਥ। ਬੈਂਕ ਜਾ ਰਹੇ ਹਾਂ, ਪੈਸੇ ਜਮ੍ਹਾਂ ਕਰਾ ਰਹੇ ਹਾਂ, ਕਢਾ ਰਹੇ ਹਾਂ, ਵਾਟ ਇਜ਼ ਦੈਟ? ਮੈਥ। ਠੀਕ ਹੈ, ਤੁਹਾਡੇ ਆਸੇ ਪਾਸੇ ਬਿਲਡਿੰਗਸ ਬਣੀਆਂ, ਵਾਟ ਇਜ਼ ਦੈਟ? ਅਲੱਗ-ਅਲੱਗ ਸ਼ੇਪਸ ਨੇ, ਉਹ ਵੀ ਮੈਥ। ਤੇ ਮੈਂ ਉਹਨਾਂ ਨੂੰ ਇੱਕ ਪੂਰੀ ਸਿਟੀ ਡਿਪਿਕਟ ਕੀਤੀ, ਜਿੱਦਾਂ ਆਪਣਾ ਲੁਧਿਆਣਾ ਸਿਟੀ ਡਿਪਿਕਟ ਕੀਤੀ ਤੇ ਉਹਦਾ ਮੈਂ ਨਾਮ ਦਿੱਤਾ ਸੀ ਜੀਓ ਮੈਟਰੋ ਸਿਟੀ, ਦੈਟ ਇਜ਼ ਅ ਸਿਟੀ ਵਿਚ ਇਜ਼ ਮੇਡ ਅਪ ਆਫ ਮੈਥ। ਕਿ ਸਾਰੀ ਜਿਹੜਾ ਸ਼ਹਿਰ ਹੈ ਉਹ ਮੈਥ ਦਾ ਹੀ ਬਣਿਆ। ਉਹਦੇ 'ਚ ਮੈਂ ਕੀ ਕੀਤਾ ਸੀ, ਜਿਹੜੀ ਇਹ ਵਾਲੀ ਮੈਂ ਬੇਸ ਬਣਾਈ, ਇਹਦੇ 'ਚ ਜਿਹੜਾ ਤੁਸੀਂ ਦੇਖ ਰਹੇ ਹੋ ਬਲੈਕ ਪੋਰਸ਼ਨ ਨੇ ਉਹ ਮੇਨ ਹਾਈਵੇ ਵਾਲੀ ਰੋਡਸ ਦਿਖਾਈਆਂ। ਹਾਂਜੀ, ਇਹ ਵਾਲਾ ਸਾਰਾ ਬਲੈਕ ਵਾਲਾ ਪੋਰਸ਼ਨ ਹਾਈਵੇ ਆ ਗਿਆ। ਜਿਹੜੇ ਤੁਸੀਂ ਦੇਖ ਰਹੇ ਹੋ ਗ੍ਰੇ ਵਾਲੀ ਪੱਟੀਆਂ, ਇਹ ਮੇਰੀਆਂ ਸੀਗੀਆਂ ਨਾਰਮਲ ਜਿਹੜੀਆਂ ਵਿਚਕਾਰ ਸੜਕਾਂ ਹੋ ਰਹੀਆਂ, ਰੋਡਸ ਹੁੰਦੀਆਂ, ਗਲੀਆਂ ਆ ਗਈਆਂ। ਤੇ ਥੱਲੇ ਜਿਹੜੀ ਬੇਸ ਹੈ, ਜੇ ਤੁਸੀਂ ਉਹ ਵਾਲਾ ਪਹਿਲੇ ਵਾਲਾ ਹਿੱਸਾ ਦੇਖੋ, ਇਹ ਪਹਿਲੇ ਵਾਲਾ, ਹਾਂਜੀ ਇਹ ਵਾਲਾ, ਇਹਦੇ 'ਚ ਆਪਾਂ ਪੈਰਲਲ ਲਾਈਨਸ ਦਿਖਾਈਆਂ। ਜੇ ਆਪਾਂ ਬਿਲਡਿੰਗ ਨੂੰ ਸਾਈਡ ਤੇ ਕਰ ਦਈਏ, ਥੱਲੇ ਪਹਿਲੇ ਪੈਰਲਲ ਲਾਈਨਸ ਦਿਖਾਈਆਂ ਜਿਹੜੀਆਂ ਕਦੇ ਵੀ ਮਿਲਦੀਆਂ ਨਹੀਂ ਨੇ, ਇਹ ਵਾਲੀਆਂ ਦੋਨੋਂ। ਓਕੇ, ਹਾਂਜੀ, ਤੇ ਇਹ ਵਾਲੀਆਂ ਦੋਨੋਂ ਦਿਖਾਈਆਂ ਕਾਟਵੀ ਰੇਖਾਵਾਂ। ਜਦੋਂ ਅਸੀਂ ਪੈਰਲਲ ਤੇ ਕਾਟਵੀ ਰੇਖਾਵਾਂ ਬਣਾਈਆਂ, ਇੰਟਰਸੈਕਟਿੰਗ ਤੇ ਪੈਰਲਲ ਲਾਈਨਸ, ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਬਣ ਜਾਂਦੀਆਂ ਥੱਲੇ। ਠੀਕ ਹੈ, ਰੈਕਟੈਂਗਲ ਵੀ ਬਣਦਾ, ਸਕੁਆਇਰ ਵੀ ਬਣਦਾ, ਪੈਰਲਲੋਗ੍ਰਾਮ ਵੀ ਬਣਦਾ, ਟ੍ਰਪੀਜ਼ੀਅਮ ਵੀ ਬਣਦਾ। ਜੇ ਅਸੀਂ ਇੱਥੇ ਗੱਲ ਕਰੀਏ ਤੇ ਇਹ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਸੜਕਾਂ ਦਿਖਾ ਕੇ ਟ੍ਰਾਇੰਗਲ, ਸਰਕਲ, ਕੰਸੈਂਟਰਿਕ ਸਰਕਲਸ ਦਿਖਾਏ ਗਏ। ਛੋਟਾ ਸਰਕਲ, ਵੱਡਾ ਸਰਕਲ। ਕੰਸੈਂਟਰਿਕ ਸਰਕਲ ਦਾ ਕਨਸੈਪਟ ਆਪਾਂ ਬੱਚਿਆਂ ਨੂੰ ਸਮਝਾ ਸਕਦੇ ਹਾਂ, ਜਿਨ੍ਹਾਂ ਦਾ ਸੈਂਟਰ ਇੱਕ ਹੁੰਦਾ ਹੈ। ਦੈਨ ਜੇ ਆਪਾਂ ਇਸ ਦੀ ਗੱਲ ਕਰੀਏ, ਇਹ ਵਾਲੇ ਪੋਰਸ਼ਨ ਦੀ, ਤੇ ਇਹਦੇ 'ਚ ਆਪਾਂ ਦਿਖਾਏ ਜਿਹੜੇ ਕੋਆਰਡੀਨੇਟ ਜਿਓਮੈਟਰੀ 'ਚ 4 ਕੁਆਡਰੈਂਟਸ ਹੁੰਦੇ ਆ, ਪਹਿਲਾ, ਦੂਜਾ, ਤੀਜਾ ਤੇ ਚੌਥਾ। ਅਸੀਂ ਕੋਆਰਡੀਨੇਟ ਜਿਓਮੈਟਰੀ ਪੜ੍ਹਦੇ ਹਾਂ। ਤੇ ਜੇ ਅਸੀਂ ਇਸ ਪੋਰਸ਼ਨ 'ਚ ਆ ਜਾਈਏ ਤਾਂ ਇੱਥੇ ਰਾਮਾਨੁਜਨ ਸਕੁਆਇਰ ਦਿਖਾਇਆ ਗਿਆ। ਠੀਕ ਹੈ, ਤੇ ਅਲੱਗ-ਅਲੱਗ ਏਰੀਆ ਡਾਈਸ ਗੇਮ ਦਿਖਾਈ ਗਈ। ਤੇ ਹੁਣ ਇਹਦੇ ਉੱਤੇ ਮੈਂ ਕੀ ਕੀਤਾ, ਇਹ ਵਾਲੀਆਂ ਬਿਲਡਿੰਗਸ ਰੱਖਤੀਆਂ ਜਿਹੜੀਆਂ ਅਲੱਗ-ਅਲੱਗ ਸ਼ੇਪਸ ਦੀਆਂ ਹੈਗੀਆਂ। ਜਿੱਦਾਂ ਕੋਈ ਪਿਰਾਮਿਡ ਹੈ, ਕੋਈ ਸਿਲੰਡਰ ਦੇ ਉੱਤੇ ਕੋਨ ਹੈ, ਸਿਲੰਡਰ ਦੇ ਉੱਤੇ ਹੈਮਿਸਫੇਅਰ ਹੈ, ਇਹ ਕਿਊਬੋਇਡ ਹੈ, ਇਹ 2 ਕਿਊਬੋਇਡਸ ਨੂੰ ਜੋੜਿਆ ਹੋਇਆ, ਇਹ ਪ੍ਰਿਜ਼ਮ ਹੈ, ਇਹ ਕਿਊਬ ਹੈ, ਇਹ ਕਿਊਬੋਇਡ ਦੇ ਉੱਤੇ ਪ੍ਰਿਜ਼ਮ ਰੱਖਿਆ ਗਿਆ। ਤੇ ਹੁਣ ਜਿੱਦਾਂ ਇਹ ਸਾਡਾ ਸਾਰਾ ਸ਼ਹਿਰ ਬਣ ਗਿਆ, ਜਿੱਦਾਂ ਸਾਡਾ ਪੂਰੇ ਨਕਸ਼ੇ ਨੂੰ ਮੈਥ ਦੇ ਵਿੱਚ ਲਿਆਂਦਾ। ਕੋਈ ਮਕਾਨ ਬਣਾਉਣ ਜਾਵੇ, ਕੋਈ ਨਕਸ਼ਾ ਬਣਾਉਣਾ, ਤੁਸੀਂ ਕਹਿੰਦੇ ਮੈਥ ਬਣਾ ਲਓ, ਤੁਹਾਡਾ ਨਕਸ਼ਾ ਬਣ ਜਾਊਗਾ। ਵੈਸੇ ਵੀ ਜੇ ਅਸੀਂ ਦੇਖੀਏ, ਜੇ ਅਸੀਂ ਮੈਥ ਦਾ ਆਪਣਾ ਨਕਸ਼ਾ ਬਣਾਉਣਾ ਹੈ, ਆਪਣੀ ਮੈਥ ਦੀ ਅਸੀਂ ਆਪਣਾ ਘਰ ਬਣਾਉਣਾ ਹੈ ਨਾ, ਸਕੁਆਇਰ ਫੁੱਟ ਕਿੰਨਾ ਕਮਰਾ ਲੈਣਾ, ਸਕੁਆਇਰ ਫੁੱਟ ਹੈ, ਤੇ ਕਿੰਨੀ ਹਾਈਟ ਤੇ ਅਸੀਂ ਦੀਵਾਰ ਖੜੀ ਕਰਨੀ ਹੈ, ਜੇ ਟਾਈਲਾਂ ਲਗਾਉਣੀਆਂ ਤਾਂ ਕਿੰਨੇ ਸਕੁਆਇਰ ਫੁੱਟ ਏਰੀਆ ਹੈ ਤੇ ਕਿੰਨੀ ਟਾਈਲ ਲੱਗੇਗੀ। ਤਾਂ ਇਨਡਾਇਰੈਕਟਲੀ ਔਰ ਡਾਇਰੈਕਟਲੀ ਤੁਸੀਂ ਦੇਖ ਲਓ, ਲਾਈਫ ਮੈਥ ਤੋਂ ਬਿਨਾ ਪੋਸੀਬਲ ਹੈ ਹੀ ਨਹੀਂ। ਤੁਹਾਡੇ ਆਸੇ-ਪਾਸੇ ਸਾਰੇ ਨੰਬਰ ਹੀ ਨੇ, ਤੇ ਨੰਬਰਾਂ ਤੋਂ ਬਿਨਾ, ਮੈਥ ਤੋਂ ਬਿਨਾ ਤੁਸੀਂ ਆਪਣੀ ਜ਼ਿੰਦਗੀ ਜੀ ਨਹੀਂ ਸਕਦੇ। ਜਦੋਂ ਅਵਾਰਡ ਮਿਲਿਆ, ਉਦੋਂ ਸਰਕਾਰ ਨਾਲ ਜਦੋਂ ਗੱਲਬਾਤ ਹੋਈ, ਉਹ ਇਹ ਤਰੀਕਾ ਤੁਸੀਂ ਲੈ ਕੇ ਗਏ ਸੀ ਸਰਕਾਰ ਕੋਲ, ਕਿਸ ਤਰ੍ਹਾਂ ਲੱਗਾ ਉਹਨਾਂ ਨੂੰ ਕਿ ਇਹ ਬੜਾ ਆਸਾਨ ਤਰੀਕਾ ਬਣਾਤਾ ਮੈਡਮ ਤੁਸੀਂ? ਹਾਂਜੀ, ਉਹਨਾਂ ਨੇ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਪਹਿਲੇ ਸਾਡੇ ਡਿਸਟ੍ਰਿਕਟ ਲੈਵਲ ਤੇ ਵੈਰੀਫਿਕੇਸ਼ਨ ਹੁੰਦੀ ਹੈ ਡੀਓ ਮੈਮ ਵੱਲੋਂ, ਉਸ ਤੋਂ ਬਾਅਦ ਫਿਰ ਸਟੇਟ ਟੀਮ ਵੱਲੋਂ ਵੈਰੀਫਿਕੇਸ਼ਨ ਹੁੰਦੀ ਹੈ ਚੰਡੀਗੜ੍ਹ ਤੋਂ, ਤੇ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤੇ ਆ ਆਈਡੀਆਜ਼। ਹੁਣ ਤੁਹਾਨੂੰ ਅਵਾਰਡ ਮਿਲਿਆ ਵਾ, ਕਿਸ ਤਰ੍ਹਾਂ ਲੱਗ ਰਿਹਾ ਵਾ? ਅਪਲਾਈ ਕਿਸ ਤਰ੍ਹਾਂ ਕੀਤਾ ਜੀ ਤੁਸੀਂ? ਅਵਾਰਡ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਲੱਗ ਰਿਹਾ? ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਰਿਜ਼ਲਟ ਜੋ ਤੁਸੀਂ ਦਿੱਤਾ ਵਾ ਉਹ ਚੰਗਾ ਮਿਲਿਆ ਸਾਨੂੰ? ਜਦੋਂ ਮੈਂ ਘਰ ਵਿੱਚ ਜਾਂ ਪਹਿਲੇ ਵੀ ਸਕੂਲ 'ਚ ਵੀ ਆਪਣੇ ਸਟਾਫ ਰੂਮ 'ਚ ਬਹਿ ਕੇ ਰੰਗ ਬਿਰੰਗੇ ਜੇ ਕਾਗਜ਼ ਕੱਟਦੀ ਰਹਿੰਦੀ ਸੀ, ਤੇ ਮੇਰੇ ਹਸਬੈਂਡ ਜਾਂ ਮੇਰੇ ਫਰੈਂਡਸ ਨੇ ਹਮੇਸ਼ਾ ਮੈਨੂੰ ਕਹਿਣਾ ਕਿ ਸਾਰਾ ਦਿਨ ਰੰਗ ਬਿਰੰਗੇ ਜੇ ਕਾਗਜ਼ ਜੇ ਕੱਟਦੀ ਰਹਿੰਦੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਸੀ, ਦੇਖਿਓ ਮੈਨੂੰ ਇੱਕ ਦਿਨ ਮੇਰੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਮਿਲ ਗਿਆ 5 ਤਰੀਕ ਨੂੰ, ਫਾਈਨਲੀ ਮਿਲ ਗਿਆ। ਤੇ ਮੈਨੂੰ ਲੱਗਦਾ ਹੈ ਕਿ ਮੈਂ ਨਾ ਸਭ ਤੋਂ ਲੱਕੀ ਟੀਚਰ ਸੀਗੀ ਟੀਚਰਸ ਡੇ ਤੇ, ਜਿਹਨੂੰ ਇੰਨੀ ਵਧੀਆ ਜਗ੍ਹਾ ਤੇ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ 'ਚ ਇੰਨੀ ਵਧੀਆ ਜਗ੍ਹਾ ਉੱਤੇ ਸਾਨੂੰ ਇੰਨਾ ਵਧੀਆ ਅਵਾਰਡ ਸੀਐਮ ਸਰ ਤੇ ਈਐਮ ਸਰ ਵੱਲੋਂ ਮਿਲ ਰਿਹਾ। ਤੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ। ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਸਰਟੀਫਿਕੇਟ ਮੈਨੂੰ ਮਿਲਿਆ ਹੈ, ਮਤਲਬ ਕਿ ਮੇਰੀ ਲਾਈਫ ਦੀ ਹਾਲੇ ਤੱਕ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ। ਮਤਲਬ ਕਿ ਇਸ ਤੋਂ ਵੱਡਾ ਮੈਂ ਹੋਰ ਕੁਝ ਅਚੀਵ
ਅੱਗੇ ਚਾਹੇ ਕਰਾਂਗੀ, ਪਰ ਹਲੇ ਤੱਕ ਦੀ ਇਹ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਹੈ। ਤਾਂ ਘਰ ਦੇ ਵਿੱਚ ਵੀ ਤੁਸੀਂ ਮੈਥ ਦੇ ਤਰੀਕੇ ਨਾਲ ਗੱਲਾਂ ਕਰਦੇ ਹੋਣੇ ਹੋ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ। ਹੁਣ ਜਿਹੜੇ ਮੇਰੇ ਆਪਣੇ ਬੱਚੇ ਵੀ ਹੈ ਜਾਂ ਸਕੂਲ 'ਚ ਵੀ ਹੈ, ਮੈਂ ਨਾਰਮਲੀ ਪੇਰੈਂਟਸ ਨੂੰ ਵੀ ਇਹ ਐਡਵਾਈਸ ਦਿੰਦੀ ਹਾਂ ਕਿ ਮੈਂ ਕਈਆਂ ਨੂੰ ਇਹ ਕਹਿ ਚੁੱਕੀ ਹਾਂ ਕਿ ਇਹ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਲੈ ਕੇ ਕਾਪੀ ਤੇ ਪੈਨਸਿਲ ਲੈ ਕੇ ਬੱਚੇ ਨੂੰ ਮੈਥ ਪੜ੍ਹਾਉਣਾ, ਇਟ ਇਜ਼ ਨਾਟ ਲਾਈਕ ਦੈਟ, ਹੈ ਨਾ। ਤੁਸੀਂ ਘੁੰਮ ਫਿਰ ਰਹੇ ਹੋ, ਤੁਸੀਂ ਬਾਹਰ ਕਿੱਥੇ ਜਾ ਰਹੇ ਹੋ, ਅਸੀਂ ਗੱਡੀ 'ਚ ਜਾਂਦੇ ਹਾਂ, ਅਸੀਂ 5-5 6-6 ਘੰਟੇ ਟਰੈਵਲ ਕਰਦੇ ਹਾਂ, ਕਿਸੇ ਹਿਲ ਸਟੇਸ਼ਨ ਤੇ ਜਾਂਦੇ ਹਾਂ, ਕਿੱਥੇ ਵੀ ਜਾਂਦੇ ਹਾਂ, ਤੇ ਨਾਰਮਲ ਕੀ ਰੂਟੀਨ ਫੋਲੋ ਕਰੋ ਕਿ ਤੁਸੀਂ ਬੱਚਿਆਂ ਨੂੰ ਮੈਂਟਲ ਮੈਥਸ ਪੁੱਛਦੇ ਰਹੋ, ਠੀਕ ਹੈ। ਬੱਚਿਆਂ ਜੇ ਤੁਹਾਡੇ ਛੋਟੇ ਬੱਚੇ ਤਾਂ ਡੋਜਿੰਗ ਟੇਬਲਸ ਪੁੱਛ ਲਓ, ਵਾਟ ਇਜ਼ 2 more than 80, ਕੋਈ ਵੀ ਨਾਰਮਲ ਜਿਹੇ ਕੁਐਸਚਨ ਜਿਹੜੇ ਆਪਾਂ ਓਰਲੀ ਪੁੱਛਾਂਗੇ, ਤੇ ਜਦੋਂ ਇੱਕ ਤਾਂ ਬੱਚੇ ਨੂੰ ਓਰਲੀ ਪੁੱਛਾਂਗੇ ਤਾਂ ਉਹਦਾ ਜਿਹੜਾ ਕਹਿੰਦੇ ਆ ਨਾ ਕਿ ਇੱਕ ਜਿਮ ਹੁੰਦਾ ਹੈ, ਜਿੱਦਾਂ ਆਪਾਂ ਜਿਮ ਕਰਦੇ ਹਾਂ ਨਾਰਮਲੀ ਆਪਣੀ ਬਾਡੀ ਨੂੰ ਫਿਟ ਰੱਖਣ ਵਾਸਤੇ, ਉਸੇ ਤਰ੍ਹਾਂ ਜੇ ਅਸੀਂ ਮੈਂਟਲ ਮੈਥਸ ਕਰਦੇ ਰਹੀਏ ਤੇ ਉਹ ਸਾਡੇ ਬ੍ਰੇਨ ਦਾ ਜਿਮ ਹੈ। ਅਸੀਂ ਮੈਂਟਲ ਮੈਥਸ ਕਰਦੇ ਰਹਾਂਗੇ, ਅਸੀਂ ਬੱਚਿਆਂ ਨੂੰ ਨਾਰਮਲ ਛੋਟੇ ਛੋਟੇ ਕੁਐਸਚਨਸ ਪੁੱਛਦੇ ਰਹੋ, ਠੀਕ ਹੈ। 7 8 ਜ਼ਰ ਕਿੰਨਾ ਹੁੰਦਾ, 13 9 ਜ਼ਰ ਕਿੰਨਾ ਹੁੰਦਾ, ਤੁਸੀਂ ਦੱਸੋ ਕਿੰਨਾ ਹੁੰਦਾ। ਬੱਚਿਆਂ ਨੂੰ ਇੱਕ ਗੇਮ ਨਾਲ ਖਿਡਾਓ, ਮੈਂ ਤੈਨੂੰ 10 ਚੋਂ ਨੰਬਰ ਦੇਵਾਂਗੀ। ਤਾਂ ਜਦੋਂ ਅਸੀਂ ਉਹ ਬੱਚਿਆਂ ਨੂੰ ਬ੍ਰੇਨ ਜਿਮ ਕਰਾ ਦਿੰਦੇ ਹਾਂ ਤੇ ਬੱਚਿਆਂ ਦਾ ਇੰਟਰਸਟ ਆਪਣੇ ਆਪ ਹੀ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚਾ ਟੌਪ ਆਉਣਾ ਸ਼ੁਰੂ ਹੋ ਜਾਏਗਾ। ਹਾਂਜੀ ਬਿਲਕੁਲ ਜੀ, ਬ੍ਰੇਨ ਜਿਮ ਕਰਾਉਣਾ ਬੱਚੇ ਨੂੰ ਬਹੁਤ ਜ਼ਰੂਰੀ ਹੈ ਮੈਂਟਲ ਮੈਥਸ ਦੇ ਥਰੂ। ਬਿਲਕੁਲ, ਇਹ ਸਨ ਰੁਮਾਨੀ ਅਹੂਜਾ ਜੀ, ਜਿਨ੍ਹਾਂ ਨੂੰ ਪਿਛਲੇ ਦਿਨੀ ਸਟੇਟ ਅਵਾਰਡ ਵੀ ਮਿਲਿਆ ਵਾ ਟੀਚਰ ਡੇ ਦੇ ਉੱਤੇ। ਸੋ ਮੈਥ ਨੂੰ ਆਸਾਨ ਤਰੀਕੇ ਨਾਲ ਬਣਾਇਆ ਵਾ, ਇੱਕ ਡਰਾਇੰਗ ਬਣਾਈ ਹੈ, ਨਕਸ਼ੇ ਬਣਾਏ ਨੇ, ਕੁਝ ਫਾਈਲਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ। ਸੋ ਘਰ ਦੇ ਵਿੱਚ ਇਹ ਆਪਣਾ ਸਮਾਂ ਜਿਵੇਂ ਬਤੀਤ ਕਰਦੇ ਸੀ, ਫਾਈਲਾਂ ਬਣਾਉਂਦੇ ਸੀ, ਤਾਂ ਉਹ ਬੱਚਿਆਂ ਤੱਕ ਆਸਾਨ ਤਰੀਕੇ ਨਾਲ ਮੈਥ ਨੂੰ ਪਹੁੰਚਾਉਂਦੇ ਸੀ। ਅੱਜ ਇਹਨਾਂ ਦੇ ਪੜ੍ਹਾਏ ਹੋਏ ਬੱਚੇ ਜਿਹੜੇ ਨੇ ਟੌਪ ਵੀ ਕਰ ਰਹੇ ਨੇ, ਤਾਂ ਸਰਕਾਰ ਵੱਲੋਂ ਇਹਨਾਂ ਨੂੰ ਜਿਹੜਾ ਵਾ ਅਵਾਰਡ ਵੀ ਦਿੱਤਾ ਗਿਆ। ਉਸ ਦੀ ਖੁਸ਼ੀ ਵੀ ਜਿਹੜੀ ਆ ਮੈਡਮ ਮਹਿਸੂਸ ਕਰ ਰਹੇ ਨੇ ਕਿ ਜੋ ਉਹਨਾਂ ਨੇ ਮਿਹਨਤ ਕੀਤੀ ਉਸ ਦਾ ਫਲ ਜਿਹੜਾ ਅੱਜ ਉਹਨਾਂ ਨੂੰ ਮਿਲਿਆ ਵਾ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ TV, ਲੁਧਿਆਣਾ।